Question number 18. The major product of nitration of tertiary butyl benzene. ਤਾਂ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਜੋ ਥੋੜਾ tertiary butyl benzene ਹੈ, this is the structure. ਕਾਰਬਨ ਦੇ ਨਾਲ ਤੁਹਾਡੇ ਤਿੰਨ ਮਿਥਾਈਲ ਗਰੁੱਪ ਲੱਗੇ ਹੋਏ ਨੇ ਐਂਡ ਤੁਹਾਨੂੰ ਪਤਾ ਹੈ ਜੋ ਤੁਹਾਡਾ ਅਲਕਾਈਲ ਗਰੁੱਪ ਹੁੰਦਾ ਹੈ that is your electron donating group ਐਂਡ ਜੋ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਹੁੰਦੇ ਨੇ that are ortho para directing that means ਜੋ ਵੀ ਤੁਹਾਡਾ ਬਾਹਰ ਤੋਂ ਕੋਈ ਵੀ ਇਲੈਕਟ੍ਰੋਫਾਈਲ ਆਏਗਾ ਉਹ ਤੁਹਾਡੇ ortho ਜਾਂ para ਪੋਜੀਸ਼ਨ ਤੇ ਜਾ ਕੇ ਕੀ ਹੋਏਗਾ ਤੁਹਾਡਾ ਅਟੈਚ ਹੋਏਗਾ। ਦੇਖੋ ਨਾਈਟ੍ਰੇਸ਼ਨ ਹੈ, ਨਾਈਟ੍ਰੇਸ਼ਨ ਵਿੱਚ ਆਪਾਂ ਕੀ ਯੂਜ਼ ਕਰਦੇ ਹਾਂ ਤੁਹਾਡਾ ਨਾਈਟ੍ਰਿਕ ਐਸਿਡ ਪਲੱਸ ਸਲਫਿਊਰਿਕ ਐਸਿਡ ਤਾਂ ਜੋ ਇਹਦੇ ਵਿੱਚ ਥੋੜਾ ਇਲੈਕਟ੍ਰੋਫਾਈਲ ਜਨਰੇਟ ਹੁੰਦਾ ਹੈ that is your nitronium ion and that will attack at your para position। ठीक है ਤਾਂ ਫਿਰ ਆਨਸਰ ਕੀ ਬਣੇਗਾ ਤੁਹਾਡਾ ਡੀ ਆਪਸ਼ਨ। ਤਾਂ ਦੇਖੋ ਪੈਰਾ ਪੋਜੀਸ਼ਨ ਤੇ ਕੀ ਲੱਗ ਰਿਹਾ ਤੁਹਾਡਾ ਨਾਈਟ੍ਰੋ ਗਰੁੱਪ ਲੱਗ ਰਿਹਾ ਹੈ ਤਾਂ 18 ਦਾ ਆਨਸਰ ਕੀ ਆਏਗਾ ਤੁਹਾਡਾ ਡੀ ਆਪਸ਼ਨ। क्वेश्चन नंबर 19 tertiary butyl benzene on oxidation with KMnO4 देखो सेम ही थोड़ा रिएक्टेंट है ਕਹਿੰਦੇ ਅਗਰ ਇੱਥੇ tertiary butyl ਤੁਹਾਡਾ ਹੈ ਅਗਰ ਉਸ ਦੀ ਰਿਐਕਸ਼ਨ ਆਪਾਂ KMnO4 ਦੇ ਨਾਲ ਕਰਦੇ ਹਾਂ what will be the product form ਤਾਂ ਇੱਥੇ ਕੀ ਆਏਗਾ ਤੁਹਾਡਾ ਕੋਈ ਰਿਐਕਸ਼ਨ ਨਹੀਂ ਹੋਏਗੀ। ਰੀਜ਼ਨ ਕੀ ਹੈ ਧਿਆਨ ਨਾਲ ਸਮਝਣਾ ਹੈ ਕਿ ਅਗਰ ਮੰਨ ਲਓ ਕੋਈ ਵੀ ਤੁਹਾਡਾ ਇੱਥੇ R ਗਰੁੱਪ ਹੈ ਤਾਂ ਅਗਰ ਤੁਹਾਡੇ R ਗਰੁੱਪ ਕੋਲ ਕੋਈ ਵੀ ਸਿੰਗਲ ਅਲਫਾ ਹਾਈਡਰੋਜਨ ਵੀ ਪ੍ਰੈਜ਼ੈਂਟ ਹੈ ਐਟਲੀਸਟ 1 ਅਲਫਾ ਹਾਈਡਰੋਜਨ ਵੀ ਪ੍ਰੈਜ਼ੈਂਟ ਹੈ ਤਾਂ ਅਗਰ ਤੁਸੀਂ ਉਸਦੀ ਰਿਐਕਸ਼ਨ KMnO4 ਦੇ ਨਾਲ ਕਰੋਗੇ ਤਾਂ ਜੋ ਤੁਹਾਡਾ ਫਾਈਨਲ ਪ੍ਰੋਡਕਟ ਬਣੇਗਾ that is your benzoic acid। but ਅਗਰ ਉੱਥੇ ਕੋਈ ਵੀ ਅਲਫਾ ਹਾਈਡਰੋਜਨ ਪ੍ਰੈਜ਼ੈਂਟ ਨਹੀਂ ਹੈ then it can't react with your KMnO4 or we can say it can't get oxidized by KMnO4 ਤਾਂ ਉੱਥੇ ਪ੍ਰੋਡਕਟ ਕੀ ਬਣੇਗਾ no reaction ਆਏਗੀ। but ਅਗਰ ਤੁਹਾਡਾ ਜੋ ਗਰੁੱਪ ਅਟੈਚਡ ਹੈ ਅਗਰ ਉਸਦੀ ਅਲਫਾ ਪੋਜੀਸ਼ਨ ਤੇ ਹਾਈਡਰੋਜਨ ਹੈ एटलीस्ट एक हाइड्रोजन भी अगर प्रेजेंट है तो पूरे का पूरा जो R ग्रुप है that will be converted into your कार्बोक्सिलिक एसिड ग्रुप तो इत्थे प्रोडक्ट की बनेगा ਤੁਹਾਡਾ बेंजोइक एसिड बनेगा। बट क्योंकि टर्ड बुटाइल बेंजीन ਦੇ ਵਿੱਚ नो अल्फा हाइड्रोजन प्रेजेंट ਤਾਂ ਇਸ ਕਰਕੇ ਇੱਥੇ ਤੁਹਾਡਾ प्रोडक्ट ਕੀ बनेगा there will be no reaction। क्वेश्चन नंबर 20 सल्फोनेशन of naphthalene with sulfuric acid at 160 degree सेल्सियस ਤਾਂ देखो सल्फोनेशन ऑफ नैप्थलीन है नैप्थलीन की है ਤੁਹਾਡਾ देखो this is the structure of your naphthalene। सल्फोनेशन ਦੇ ਵਿੱਚ ਆਪਾਂ ਕੀ ਯੂਜ਼ ਕਰਦੇ ਹਾਂ ਸਲਫਿਊਰਿਕ ਐਸਿਡ ਐਡ ਕਰਦੇ ਹਾਂ ਤਾਂ ਦੇਖੋ ਅਗਰ ਤੁਹਾਡਾ ਟੈਂਪਰੇਚਰ 160 ਡਿਗਰੀ ਸੈਲਸੀਅਸ ਹੈ ਤਾਂ ਜੋ ਤੁਹਾਡਾ ਇੱਥੇ ਫਾਈਨਲ ਪ੍ਰੋਡਕਟ ਬਣਦਾ ਹੈ that is your naphthalene 2 sulfonic acid that means जो थोड़ा सल्फोनिक एसिड ग्रुप है वो थोड़ी सेकंड पोजीशन पे जाके अटैच होता है सो दैट इज योर नैप्थलीन 2 सल्फोनिक एसिड। बट अगर मान लो जो थोड़ा टेंपरेचर है 160 ਦੀ ਬਜਾਏ ਅਗਰ 80 ਟੈਂਪਰੇਚਰ ਦਿੱਤਾ ਹੁੰਦਾ ਦੈਨ ਜੋ ਥੋੜਾ ਪ੍ਰੋਡਕਟ ਬਣਨਾ ਸੀ ਉਹ ਬਣਨਾ ਸੀ ਤੁਹਾਡਾ A ਆਪਸ਼ਨ। ਉੱਥੇ ਕੀ ਬਣਨਾ ਸੀ ਤੁਹਾਡਾ A ਆਪਸ਼ਨ that means नैप्थलीन 1 सल्फोनिक एसिड। ध्यान रखना अगर 80 डिग्री सेल्सियस है तो आंसर आएगा ਤੁਹਾਡਾ A प्रोडक्ट अगर 160 डिग्री है तो आंसर की आएगा ਤੁਹਾਡਾ B प्रोडक्ट। देखो ਜਿੱਦਾਂ ਬੈਂਜ਼ੀਨ ਮੈਂ ਤੁਹਾਨੂੰ ਦੱਸਿਆ ਹੈ ਬੈਂਜ਼ੀਨ ਕਿੱਦਾਂ ਦੀਆਂ ਰਿਐਕਸ਼ਨਸ ਦਿੰਦੇ ਨੇ ਤੁਹਾਡੇ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ ਦਿੰਦੇ ਨੇ ਤਾਂ ਉਸ ਨੂੰ ਧਿਆਨ ਵਿੱਚ ਰੱਖਦੇ ਆਪਾਂ ਪ੍ਰੋਡਕਟ ਨੂੰ ਡਰਾ ਕਰਨਾ ਹੈ। ਦੇਖੋ that is at low temperature है ना low temperature ਤੇ ਹਮੇਸ਼ਾ ਹੀ ਆਪਾਂ ਕਾਈਨੈਟਿਕ ਪ੍ਰੋਡਕਟ ਬਣਾਉਂਦੇ ਹਾਂ ਤਾਂ ਕਰਕੇ ਆਪਣੇ ਕੋਲ ਇੱਥੇ ਜੋ ਪ੍ਰੋਡਕਟ ਬਣਦਾ ਹੈ that is your naphthalene 1 sulfonic acid। question number 21 the product of nitration of 1 nitronaphthalene is देखो 1 nitronaphthalene का मतलब this is the structure of your 1 nitronaphthalene this is the 1 nitronaphthalene ਤਾਂ ਅਗਰ ਤੁਸੀਂ ਇਸ ਦੀ ਨਾਈਟ੍ਰੇਸ਼ਨ ਕਰਦੇ ਹੋ ਤਾਂ ਇਹਦੀ ਨਾਈਟ੍ਰੇਸ਼ਨ ਕਰਨ ਦੇ ਨਾਲ what will be the product formed ਤਾਂ ਦੇਖੋ ਜੋ ਇੱਥੇ ਪ੍ਰੋਡਕਟ ਬਣਦਾ ਹੈ that will be your 1,5 डाइनाइट्रोनैप्थलीन बनेगा। क्यों देखो क्यों समझते हाँ देखो ਇੱਥੇ ਕੀ ਹੈ ਤੁਹਾਡਾ ਕੀ ਪ੍ਰੋਡਿਊਸ ਕਰੇਗਾ ਤੁਹਾਡਾ इलेक्ट्रोफाइल NO2 पॉजिटिव है ना ਤਾਂ ਜੋ ਉਹ NO2 पॉजिटिव है ਉਹ फाइनली किस पोजीशन ਤੇ ਜਾ ਕੇ ਤੁਹਾਡਾ ਅਟੈਚ ਹੋਏਗਾ ਤੁਹਾਡਾ 5th पोजीशन ਤੇ ਜਾ ਕੇ ਅਟੈਚ ਹੋਏਗਾ to avoid the steric repulsion ਤਾਂ ਉਹਨੂੰ ਅਵੋਇਡ ਕਰਨ ਦੇ ਲਈ ਥੋੜੀ 5th पोजीशन ਤੇ ਜਾ ਕੇ NO2 ਅਟੈਚ ਹੋ ਜਾਏਗਾ so that ਕਿਸੇ ਵੀ ਤਰ੍ਹਾਂ ਦਾ ਥੋੜਾ ਸਟੈਰਿਕ ਹਿੰਡਰੈਂਸ ਕ੍ਰੀਏਟ ਨਾ ਹੋਵੇ steric repulsion ਕ੍ਰੀਏਟ ਨਾ ਹੋਣ ਤਾਂ 21 ਦਾ ਆਨਸਰ ਕੀ ਆਏਗਾ ਤੁਹਾਡਾ B ਆਪਸ਼ਨ। The order of reactivity of the following alkyl halides is SN2 देखो SN2 ਹੋਵੇ ਚਾਹੇ ਰਿਐਕਸ਼ਨ ਤੁਹਾਡੀ SN2 ਹੈ ਚਾਹੇ SN1 ਹੈ ਉਹਦੇ ਵਿੱਚ ਕੀ ਹੈ ਤੁਹਾਡਾ R
ਤੇ ਲਿਵਿੰਗ ਗਰੁੱਪ ਨੇ ਦੇਖੋ ਕੀ ਹੈ ਬੌਂਡ ਨੇ ਕਲੀਵ ਕਰਨਾ ਹੈ, ਨਿਊਕਲੀਓਫਾਈਲ ਨੇ ਅਟੈਕ ਕਰਨਾ ਹੈ ਆਰ ਗਰੁੱਪ ਤੇ ਲਿਵਿੰਗ ਗਰੁੱਪ ਨੇ ਬਾਹਰ ਨਿਕਲਣਾ ਹੈ। ਤਾਂ ਜੋ ਲਿਵਿੰਗ ਗਰੁੱਪ ਜਿੰਨਾ ਜਲਦੀ ਬਾਹਰ ਨਿਕਲੇਗਾ ਰਿਐਕਸ਼ਨ ਓਨੀ ਹੀ ਫਾਸਟ ਹੁੰਦੀ ਹੈ। ਦੋਨਾਂ ਕੇਸਾਂ ਦੇ ਵਿੱਚ ਚਾਹੇ ਤੁਹਾਡੀ ਰਿਐਕਸ਼ਨ SN1 ਹੈ ਚਾਹੇ ਤੁਹਾਡੀ ਰਿਐਕਸ਼ਨ SN2 ਹੈ, ਦੋਨਾਂ ਦੇ ਵਿੱਚ ਜੋ ਤੁਹਾਡਾ ਲਿਵਿੰਗ ਗਰੁੱਪ ਟੈਂਡੈਂਸੀ ਹੈ ਉਹ ਸਭ ਤੋਂ ਜ਼ਿਆਦਾ ਕਿਸ ਦੀ ਹੁੰਦੀ ਹੈ ਆਇਓਡਾਈਡ ਦੀ, ਦੈਨ ਬ੍ਰੋਮਾਈਡ, ਦੈਨ ਕਲੋਰਾਈਡ ਤੇ ਸਭ ਤੋਂ ਘੱਟ ਹੁੰਦੀ ਹੈ ਤੁਹਾਡੇ ਫਲੋਰਾਈਡ ਦੀ। ਤਾਂ 22 ਦਾ ਆਂਸਰ ਕੀ ਆਏਗਾ ਤੁਹਾਡਾ ਬੀ ਆਪਸ਼ਨ। Question number 23 that is also an important reaction Gabriel phthalimide reaction। ਤਾਂ ਸਭ ਤੋਂ ਪਹਿਲਾਂ ਦੋ ਤਿੰਨ ਪੁਆਇੰਟ ਇਹਦੇ ਵਿੱਚ ਧਿਆਨ ਨਾਲ ਲਿਖਣੇ ਨੇ ਕਿ ਜੋ ਤੁਹਾਡਾ ਗੈਬਰੀਅਲ ਪੈਥੈਲੇਮਾਈਡ ਰਿਐਕਸ਼ਨ ਹੈ ਇਹਦੇ ਵਿੱਚ SN2 ਮੈਕੈਨਿਜ਼ਮ ਹੁੰਦਾ ਹੈ and that is used for the preparation of 1 degree amine, ਉਹ ਵੀ ਐਲੀਫੈਟਿਕ ਬਣਾ ਸਕਦੇ ਹੋ। ਐਲੀਫੈਟਿਕ 1 degree ਪ੍ਰਾਇਮਰੀ ਅਮੀਨ ਫਾਰਮੇਸ਼ਨ ਦੇ ਲਈ ਤੁਸੀਂ ਗੈਬਰੀਅਲ ਪੈਥੈਲੇਮਾਈਡ ਰਿਐਕਸ਼ਨ ਨਾਲ ਯੂਜ਼ ਕਰਦੇ ਹੋ। ਇਹ ਆਪਾਂ ਸੈਕੰਡਰੀ ਜਾਂ ਟਰਸ਼ਰੀ ਅਮੀਨ ਦੀ ਫਾਰਮੇਸ਼ਨ ਲਈ ਯੂਜ਼ ਨਹੀਂ ਕਰਦੇ, ਨਾ ਹੀ ਆਪਾਂ ਐਰੋਮੈਟਿਕ ਪ੍ਰਾਇਮਰੀ ਅਮੀਨ ਦੀ ਫਾਰਮੇਸ਼ਨ ਲਈ ਇਸ ਨੂੰ ਯੂਜ਼ ਕਰਦੇ ਹਾਂ। ਇਹਦਾ ਆਨਸਰ ਕੀ ਆਊਗਾ ਤੁਹਾਡਾ ਸੀ ਆਪਸ਼ਨ। ਧਿਆਨ ਵਿੱਚ ਰੱਖਣਾ ਹੈ ਕਿ ਜੋ ਤੁਹਾਡਾ ਗੈਬਰੀਅਲ ਪੈਥੈਲੇਮਾਈਡ ਰਿਐਕਸ਼ਨ ਹੈ that is used for the preparation of your primary amine। ਆਰਗੈਨਿਕ ਥਿਊਰੀ ਲੈਕਚਰ ਦੇ ਵਿੱਚ ਬਹੁਤ ਹੀ ਡਿਟੇਲ ਦੇ ਵਿੱਚ ਇਹ ਚੀਜ਼ਾਂ ਆਪਾਂ ਕੀਤੀਆਂ ਹੋਈਆਂ ਨੇ। ਕੁਐਸਚਨ ਨੰਬਰ 24 which one among the following halide is most reactive towards nucleophilic substitution reaction। ਤਾਂ ਦੇਖੋ ਕੀ ਹੈ ਮਤਲਬ ਨਿਊਕਲੀਓਫਾਈਲ ਨੇ ਅਟੈਕ ਕਰਕੇ ਉਸ ਲਿਵਿੰਗ ਗਰੁੱਪ ਨੂੰ ਬਾਹਰ ਨਿਕਾਲ ਦੇਣਾ ਹੈ ਤੇ ਖੁਦ ਉਸ ਦੀ ਜਗ੍ਹਾ ਤੇ ਜਾ ਕੇ ਸਬਸਟੀਟਿਊਟ ਹੋ ਜਾਣਾ ਹੈ। ਤਾਂ ਆਪਾਂ ਦੱਸਣਾ ਹੈ ਕਿਹੜਾ ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਰਿਐਕਟਿਵ ਹੈ। ਤਾਂ ਦੇਖੋ ਪਹਿਲੀ ਆਪਸ਼ਨ ਕੀ ਹੈ ਤੁਹਾਡੀ ਕਲੋਰੋਬੈਂਜ਼ੀਨ। ਦੇਖੋ ਕਲੋਰੋਬੈਂਜ਼ੀਨ ਕੀ ਹੈ, ਦੇਖੋ ਇਹਦੇ ਵਿੱਚ ਕੀ ਹੈ ਡਿਊ ਟੂ ਪਲੱਸ ਐਮ ਇਫੈਕਟ ਕਰਕੇ ਜੋ ਥੋੜਾ ਕਾਰਬਨ ਤੇ ਕਲੋਰੀਨ ਦੇ ਵਿੱਚ ਕੀ ਆ ਜਾਏਗਾ ਡਬਲ ਬੌਂਡ ਕਰੈਕਟਰ ਆ ਜਾਏਗਾ, ਜਿਸ ਕਰਕੇ ਇਸ ਬੌਂਡ ਨੂੰ ਕਲੀਵ ਕਰਨਾ ਮੁਸ਼ਕਿਲ ਹੈ। ਤਾਂ ਕਰਕੇ ਜੋ ਥੋੜੇ ਕਲੋਰੋਬੈਂਜ਼ੀਨਸ ਹੋ ਗਏ, ਚਾਹੇ ਥੋੜਾ ਆਈਡੋਬੈਂਜ਼ੀਨ ਹੈ ਚਾਹੇ ਥੋੜਾ ਵਿਨਾਈਲ ਹੈਲਾਈਡ ਹੈ, ਦਿਸ ਇਜ਼ ਯੋਰ ਵਿਨਾਈਲ ਹੈਲਾਈਡ। ਤਾਂ ਵਿਨਾਈਲ ਹੈਲਾਈਡ ਦੇ ਵਿੱਚ ਵੀ ਦੇਖੋ ਕੀ ਹੈ ਤੁਹਾਡਾ ਕਾਰਬਨ ਤੇ ਹੈਲੋਜਨ ਦੇ ਵਿੱਚ ਕੀ ਹੋਗਾ ਡਿਊ ਟੂ ਰੈਜ਼ੋਨੈਂਸ ਡਬਲ ਬੌਂਡ ਕਰੈਕਟਰ ਆ ਜਾਂਦਾ ਹੈ ਐਂਡ ਡਬਲ ਬੌਂਡ ਕਰੈਕਟਰ ਆਣ ਕਰਕੇ ਤੁਹਾਡਾ ਜੋ ਸਿਸਟਮ ਹੈ ਉਸ ਦੇ ਵਿੱਚੋਂ ਤੁਸੀਂ ਲਿਵਿੰਗ ਗਰੁੱਪ ਨੂੰ ਬਾਹਰ ਨਿਕਾਲਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਕਰਕੇ ਇੱਥੇ ਨਿਊਕਲੀਓਫਿਲਿਕ ਜੋ ਸਬਸਟੀਟਿਊਸ਼ਨ ਰਿਐਕਸ਼ਨਸ ਹੁੰਦੀਆਂ ਨੇ ਉਹ ਥੋੜੀਆਂ ਘੱਟ ਰਿਐਕਟਿਵ ਹੁੰਦੀਆਂ ਨੇ। ਇਹਦਾ ਆਨਸਰ ਕੀ ਆਊਗਾ ਤੁਹਾਡਾ ਸੀ ਆਪਸ਼ਨ ਬੈਂਜ਼ਾਈਲ ਕਲੋਰਾਈਡ। ਦੇਖੋ ਬੈਂਜ਼ਾਈਲ ਕਲੋਰਾਈਡ ਦੇ ਵਿੱਚ ਕੀ ਹੈ ਲਿਵਿੰਗ ਗਰੁੱਪ ਨੂੰ ਬਾਹਰ ਨਿਕਾਲਣਾ ਕੀ ਹੈ ਈਜ਼ੀ, ਕਿਉਂਕਿ ਦੇਖੋ ਜਿੱਦਾਂ ਹੀ ਬੈਂਜ਼ਾਈਲ ਕਲੋਰਾਈਡ ਦੇ ਵਿੱਚੋਂ ਲਿਵਿੰਗ ਗਰੁੱਪ ਬਾਹਰ ਨਿਕਲਿਆ ਤਾਂ ਤੁਹਾਡਾ ਕੀ ਬਣਿਆ ਬੈਂਜ਼ਾਈਲ ਕਾਰਬੋਕੇਟਾਈਨ ਬਣਿਆ ਐਂਡ that ਕਾਰਬੋਕੇਟਾਈਨ ਇਜ਼ ਰੈਜ਼ੋਨੈਂਸ ਸਟੇਬਲਾਈਜ਼ਡ। ਇਹ ਰੈਜ਼ੋਨੈਂਸ ਨਾਲ ਸਟੇਬਲ ਹੋਣ ਕਰਕੇ ਈਜ਼ੀਲੀ ਇੱਥੇ ਤੁਹਾਡਾ ਨਿਊਕਲੀਓਫਾਈਲ ਅਟੈਕ ਕਰ ਸਕਦਾ ਹੈ ਤੇ ਤੁਹਾਡੇ ਲਿਵਿੰਗ ਗਰੁੱਪ ਨੂੰ ਬਾਹਰ ਨਿਕਾਲ ਸਕਦਾ ਹੈ। ਤਾਂ ਇੱਥੇ ਆਨਸਰ ਕੀ ਆਏਗਾ 24 ਦਾ ਤੁਹਾਡਾ ਸੀ ਆਪਸ਼ਨ। ਕੁਐਸਚਨ ਨੰਬਰ 25 ਆਪਾਂ ਆਲਰੇਡੀ ਡਿਸਕਸ ਕੀਤਾ ਹੋਇਆ 25 ਕੁਐਸਚਨ। the chlorobenzene ਦੀ ਜੋ ਰਿਐਕਸ਼ਨ ਹੈ with your sodamide ammonia mixture to form aniline the reaction is। ਦੇਖੋ ਮੈਂ ਤੁਹਾਨੂੰ ਲਾਸਟ ਟਾਈਮ ਵੀ ਦੱਸਿਆ ਸੀ ਕਿ ਜੋ ਇਹ ਮੈਕੈਨਿਜ਼ਮ ਹੈ that is your benzene mechanism, that is your benzene mechanism। ਦੇਖੋ ਜੋ ਤੇ ਸੋਡਾਮਾਈਡ ਹੈ, ਅਮਾਈਡ ਕੀ ਹੈ ਤੁਹਾਡਾ ਇੱਥੇ ਸਟਰੋਂਗ ਬੇਸ ਹੈ, ਬੇਸ ਦਾ ਕੰਮ ਕੀ ਹੁੰਦਾ ਹੈ ਐਸਿਡਿਕ ਐਚ ਨੂੰ ਲੈ ਕੇ ਜਾਣਾ। ਜਿੱਦਾਂ ਹੀ ਐਸਿਡਿਕ ਐਚ ਨੂੰ ਲੈ ਕੇ ਜਾਏਗਾ ਬੌਂਡ ਸ਼ਿਫਟਿੰਗ ਦੇ ਨਾਲ ਥੋੜਾ ਕਲੋਰੀਨ ਸਿਸਟਮ ਦੇ ਵਿੱਚੋਂ ਕੀ ਹੋ ਜਾਏਗਾ ਬਾਹਰ ਹੋ ਜਾਏਗਾ ਟੂ ਜਨਰੇਟ ਯੂਅਰ ਬੈਂਜ਼ਾਈਨ ਇੰਟਰਮੀਡੀਏਟ। ਤਾਂ ਆਪਾਂ ਇਸ ਮੈਕੈਨਿਜ਼ਮ ਨੂੰ ਕੀ ਬੋਲਦੇ ਹਾਂ ਤੁਹਾਡਾ ਬੈਂਜ਼ਾਈਨ ਮੈਕੈਨਿਜ਼ਮ। ਤਾਂ ਪਹਿਲੇ ਸਟੈਪ ਦੇ ਵਿੱਚ ਦੇਖੋ ਐਲੀਮੀਨੇਸ਼ਨ ਹੋ ਰਹੀ ਹੈ, ਨੈਕਸਟ ਸਟੈਪ ਦੇ ਵਿੱਚ ਦੇਖੋ ਕੀ ਹੈ ਕਿ ਜੋ ਤੁਹਾਡਾ ਅਮੋਨੀਆ ਹੈ ਉਹ ਇੱਥੇ ਅਟੈਕ ਕਰਕੇ ਫਾਈਨਲ ਪ੍ਰੋਡਕਟ ਕੀ ਬਣਾਏਗਾ ਤੁਹਾਡਾ ਐਨਲੀਨ ਦੀ ਫਾਰਮੇਸ਼ਨ ਕਰੇਗਾ। ਆਪਾਂ ਆਲਰੇਡੀ ਇਸ ਨੂੰ ਡਿਸਕਸ ਕੀਤਾ ਹੋਇਆ ਹੈ। ਤਾਂ ਹੁਣ ਇਹ ਤੁਹਾਡੇ ਟ੍ਰਿਪਲ ਬੌਂਡ ਤੇ ਕੀ ਹੋ ਰਿਹਾ ਹੈ ਐਡੀਸ਼ਨ ਹੋ ਰਹੀ ਹੈ। ਤਾਂ ਪਹਿਲੇ ਸਟੈਪ ਕੀ ਹੋ ਰਿਹਾ ਤੁਹਾਡਾ ਐਲੀਮੀਨੇਸ਼ਨ, ਦੂਸਰੇ ਸਟੈਪ ਕੀ ਹੋਇਆ ਤੁਹਾਡਾ addition। ਤਾਂ 25 ਦਾ ਆਂਸਰ ਕੀ ਆਏਗਾ ਤੁਹਾਡਾ A option that is your elimination addition mechanism and also known as your benzene mechanism। Question number 26 the stable gem diol amongst the following is। ਤਾਂ ਦੇਖੋ ਇਹਨਾਂ ਸਭ ਦੇ ਵਿੱਚੋਂ ਸਭ ਤੋਂ ਜ਼ਿਆਦਾ ਸਟੇਬਲ ਕਿਹੜਾ ਹੈ ਤੁਹਾਡਾ C ਆਪਸ਼ਨ, ਜਿਸਨੂੰ ਆਪਾਂ ਬੋਲਦੇ ਹਾਂ ਤੁਹਾਡਾ ਕਲੋਰਲ। ਕਿਉਂ ਸਟੇਬਲ ਹੈ ਇਹ ਵੀ ਸਮਝਦੇ ਹਾਂ, ਕਿਉਂਕਿ ਦੇਖੋ ਜੋ ਤੁਹਾਡਾ ਕਲੋਰਲ ਹੈ ਕਲੋਰਲ ਦੇ ਵਿੱਚ ਜੋ ਤੁਹਾਡੇ OH ਗਰੁੱਪ ਪ੍ਰੈਜ਼ੈਂਟ ਨੇ that are participate in the hydrogen bonding। ਤਾਂ ਉਹ ਹਾਈਡਰੋਜਨ ਬੌਂਡਿੰਗ ਚ ਪਾਰਟਿਸਿਪੇਟ ਕਰਨ ਕਰਕੇ ਸਿਸਟਮ ਨੂੰ ਕੀ ਕਰ ਰਹੇ ਨੇ ਸਟੇਬਲ ਕਰ ਰਹੇ ਨੇ। ਤਾਂ ਆਹ ਹਾਈਡਰੋਜਨ ਬੌਂਡਿੰਗ ਪ੍ਰੈਜ਼ੈਂਟ ਹੋਣ ਕਰਕੇ within the system ਉਹ ਤੁਹਾਡੇ ਸਟਰਕਚਰ ਨੂੰ ਕੀ ਕਰ ਰਹੇ ਨੇ
ਸਟੇਬਲ ਕਰ ਰਹੇ ਨੇ। ਤਾਂ ਇਸ ਕਰਕੇ ਕੀ ਹੈ, ਜੋ ਥੋੜਾ ਜੈਮ ਡਾਈਓਲ ਹੈ, ਜੈਮ ਮਤਲਬ ਕੀ ਹੁੰਦਾ ਹੈ, ਜਦੋਂ ਇੱਕ ਹੀ ਕਾਰਬਨ ਦੇ ਉੱਪਰ ਦੋ OH ਗਰੁੱਪ ਲੱਗਦੇ ਨੇ ਤਾਂ ਉਸਨੂੰ ਆਪਾਂ ਬੋਲਦੇ ਹਾਂ ਜੈਮ ਡਾਈਓਲ। ਠੀਕ ਹੈ, ਤਾਂ ਇਹਦੇ ਵਿੱਚ ਜੋ ਥੋੜਾ ਆਂਸਰ ਆਉਂਦਾ ਹੈ ਉਹ ਕੀ ਹੈ ਤੁਹਾਡਾ ਸੀ ਆਪਸ਼ਨ। ਦੇਖੋ ਦੋ ਹੀ ਜੈਮ ਡਾਈਓਲ ਹੁੰਦੇ ਨੇ ਜੋ ਤੁਹਾਡੇ ਸਟੇਬਲ ਹੁੰਦੇ ਨੇ ਜਨਰਲੀ। ਫਸਟ ਵਨ ਇਜ਼ ਯੋਰ ਕਲੋਰਲ and the second one is your ninhydrin. Ninhydrin, these are the two diols, gem diols that are stable। generally ਕੀ ਹੁੰਦਾ ਹੈ, ਇੱਕ ਕਾਰਬਨ ਦੇ ਉੱਪਰ ਦੋ OH ਗਰੁੱਪ ਕਦੇ ਵੀ ਸਟੇਬਲ ਨਹੀਂ ਹੁੰਦੇ, ਉਹ ਇਮੀਡੀਏਟਲੀ ਵਾਟਰ ਨੂੰ ਲੂਜ਼ ਕਰ ਦਿੰਦੇ ਨੇ। ਬਟ ਕਲੋਰਲ ਤੇ ਨਿਨਹਾਈਡਰਿਨ ਦੇ ਵਿੱਚ ਇੱਕ ਕਾਰਬਨ ਦੇ ਉੱਪਰ ਦੋ OH ਗਰੁੱਪ ਪ੍ਰੈਜ਼ੈਂਟ ਹੋਣ ਦਾ ਕਾਰਨ ਕੀ ਹੈ, ਸਟੇਬਲ ਕਿਉਂ ਨੇ? ਬਿਕੋਜ਼ ਜੋ ਦੋਨੋਂ OH ਗਰੁੱਪ ਨੇ that participate in the hydrogen bonding, ਜਿਸ ਕਰਕੇ ਸਟਰਕਚਰ ਕੀ ਹੋ ਜਾਂਦਾ ਤੁਹਾਡਾ ਸਟੇਬਲ ਹੋ ਜਾਂਦਾ ਹੈ। ਕੁਐਸਚਨ ਨੰਬਰ 27 ਕਹਿੰਦੇ ਫਿਨਾਈਲ ਐਸੀਟੇਟ ਹੈ, ਜਦੋਂ ਉਸਦੀ ਰਿਐਕਸ਼ਨ ਤੁਸੀਂ ਐਲੂਮੀਨੀਅਮ ਟ੍ਰਾਈਕਲੋਰਾਈਡ ਦੇ ਨਾਲ ਕਰਦੇ ਹੋ ਟੂ ਫਾਰਮ ਔਰਥੋ ਪੈਰਾ ਹਾਈਡਰੋਕਸੀ ਐਸੀਟੋਫਿਨੋਨ, ਉਸ ਰਿਐਕਸ਼ਨ ਨੂੰ ਆਪਾਂ ਕੀ ਕਹਿੰਦੇ ਹਾਂ? ਤਾਂ ਦੇਖੋ ਇਸ ਦਾ ਆਂਸਰ ਕੀ ਹੈ ਤੁਹਾਡਾ ਫਰਾਈਸ ਰੀਅਰੇਂਜਮੈਂਟ। ਦੇਖੋ ਰਿਐਕਸ਼ਨ ਕੀ ਹੈ, ਫਿਨਾਈਲ ਐਸੀਟੇਟ ਹੈ ਨਾ, ਤਾਂ ਦੇਖੋ ਫਿਨਾਈਲ ਐਸੀਟੇਟ ਕੀ ਹੁੰਦਾ ਹੈ, ਥੋੜਾ ਆਪਾਂ ਡਰਾ ਕਰ ਲੈਂਦੇ ਹਾਂ। This is the structure of your phenyl acetate। ਤਾਂ ਦੇਖੋ ਜਦੋਂ ਫਿਨਾਈਲ ਐਸੀਟੇਟ ਦੀ ਰਿਐਕਸ਼ਨ ਆਪਾਂ ਐਲੂਮੀਨੀਅਮ ਕਲੋਰਾਈਡ ਦੇ ਨਾਲ ਕਰਦੇ ਹਾਂ ਤਾਂ ਜੋ ਥੋੜਾ ਫਾਈਨਲ ਪ੍ਰੋਡਕਟ ਬਣਦਾ ਹੈ ਉਹ ਕੀ ਬਣਦਾ ਹੈ ਤੁਹਾਡਾ ortho and para product। ortho and para product ਦੀ ਫਾਰਮੇਸ਼ਨ ਹੁੰਦੀ ਹੈ। ਤਾਂ ਇਸ ਰਿਐਕਸ਼ਨ ਨੂੰ ਆਪਾਂ ਦੇਖੋ ਇਹ ortho ਹੈ ਐਂਡ ਸਿਮਿਲਰਲੀ ਤੁਸੀਂ ਇੱਥੇ para ਡਰਾ ਕਰ ਲੈਣਾ, ਤਾਂ ਤੁਹਾਡੇ ਕੋਲ ortho ਤੇ para product ਦੀ ਫਾਰਮੇਸ਼ਨ ਹੁੰਦੀ ਹੈ। ਇਸ ਰਿਐਕਸ਼ਨ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਫਰਾਈਸ ਰੀਅਰੇਂਜਮੈਂਟ ਹੈ ਨਾ। ਤਾਂ ਇਹ ਇੱਕ ਨੇਮਿੰਗ ਰਿਐਕਸ਼ਨ ਹੈ ਜੋ ਕਿ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਅਗੇਨ ਨੈਕਸਟ ਜੋ ਰਿਐਕਸ਼ਨ ਹੈ that is the formation of salicylic aldehyde from phenol, that is again a naming reaction, ਜਿਹਦੇ ਵਿੱਚ ਆਪਾਂ chloroform in the presence of base use ਕਰਦੇ ਹਾਂ to form your salicylic aldehyde and the reaction is your Rimmer-Timmer reaction। Rimmer-Timmer reaction ਦੇ ਵਿੱਚ ਜੋ ਥੋੜਾ intermediate ਬਣਦਾ ਹੈ that is your dichlorocarbene, that is your dichlorocarbene ਜੋ ਕਿ ਥੋੜਾ act ਕਰਦਾ ਹੈ as a electrophile, as a electrophile। ਤਾਂ ਇਹਨਾਂ points ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਤਾਂ 28 ਦਾ ਆਂਸਰ ਕੀ ਆਏਗਾ ਤੁਹਾਡਾ ਸੀ ਆਪਸ਼ਨ। क्वेश्चन नंबर 29 अगेन नेमिंग रिएक्शंस ने। ਤੁਸੀਂ ਦੇਖੋ ਨੇਮਿੰਗ ਰਿਐਕਸ਼ਨਸ ਕਿੰਨੀਆਂ ਜ਼ਿਆਦਾ ਇੰਪੋਰਟੈਂਟ ਨੇ, ਪੇਪਰ 'ਚ ਬਾਰ-ਬਾਰ ਪੁੱਛੀਆਂ ਜਾਂਦੀਆਂ ਨੇ। ਐਸੀਟੋਫਿਨੋਨ ਹੈ, ਕਹਿੰਦੇ ਉਹ ਰਿਐਕਟ ਕਰਦਾ ਹੈ ਤੁਹਾਡੇ ਬੈਂਜ਼ੈਲਡੀਹਾਈਡ ਦੇ ਨਾਲ ਇਨ ਦਾ ਪ੍ਰੈਜ਼ੈਂਸ ਆਫ ਐਲਕਲੀ ਟੂ ਫਾਰਮ ਬੈਂਜ਼ਲ ਐਸੀਟੋਫਿਨੋਨ, ਜਿਸ ਨੂੰ ਆਪਾਂ ਚਾਲਕੋਨ ਵੀ ਬੋਲ ਦਿੰਦੇ ਹਾਂ। ਠੀਕ ਹੈ, ਕਹਿੰਦੇ ਇਸ ਰਿਐਕਸ਼ਨ ਨੂੰ ਆਪਾਂ ਕੀ ਬੋਲਦੇ ਹਾਂ? ਤਾਂ ਇਹਦਾ ਆਂਸਰ ਹੈ ਤੁਹਾਡਾ ਕਲੇਜ਼ਿਨ ਸਮਿਥ ਰਿਐਕਸ਼ਨ। ਦੇਖੋ ਨੇਮਿੰਗ ਰਿਐਕਸ਼ਨ ਹੈ, ਤੁਸੀਂ ਨੇਮਿੰਗ ਰਿਐਕਸ਼ਨ ਦੇ ਵਿੱਚ ਰਿਐਕਟੈਂਟ ਤੇ ਪ੍ਰੋਡਕਟ ਨੂੰ ਧਿਆਨ 'ਚ ਰੱਖਣਾ ਹੁੰਦਾ ਹੈ। ਠੀਕ ਹੈ, ਤਾਂ ਐਸੀਟੋਫਿਨੋਨ ਨੂੰ ਜਦੋਂ ਆਪਾਂ ਰਿਐਕਟ ਕਰਵਾਉਂਦੇ ਹਾਂ ਤੁਹਾਡੇ ਬੈਂਜ਼ੈਲਡੀਹਾਈਡ ਦੇ ਨਾਲ, ਮੈਂ ਰਿਐਕਸ਼ਨ ਲਿਖ ਦਿੰਦਾ ਹਾਂ ਤੁਹਾਡੀ 29 ਦੀ ਕੀ ਹੈ, this is the structure of your acetophenone and when it reacts with your benzaldehyde, ਜਦੋਂ ਇਹ ਤੁਹਾਡੇ benzaldehyde ਦੇ ਨਾਲ ਰਿਐਕਟ ਕਰੇਗਾ, ਠੀਕ ਹੈ, in the presence of your alkali base it will form your chalcohol। ਕੀ ਫਾਰਮ ਕਰੇਗਾ ਤੁਹਾਡਾ chalcohol ਦੀ ਫਾਰਮੇਸ਼ਨ ਕਰੇਗਾ। that the structure of chalcohol is double bond O, this is the structure of your chalcohol and this reaction is known as your Claisen-Smith reaction। Question number 30, which one of the following aldehyde is the most reactive towards nucleophilic addition reaction। देखो nucleophilic addition reaction ਦੇ ਵਿੱਚ ਸਭ ਤੋਂ ਜ਼ਿਆਦਾ reactive ਕੌਣ ਹੋਏਗਾ? that means ਪਹਿਲੇ step ਦੇ ਵਿੱਚ ਕਿਹਨੇ attack ਕਰਨਾ ਹੈ? ਤੁਹਾਡੇ nucleophile ਨੇ attack ਕਰਨਾ ਹੈ। ਤਾਂ ਜੋ ਕਾਰਬਨ ਜਿੰਨਾ ਜ਼ਿਆਦਾ electrophilic ਹੋਏਗਾ, more ਇਲੈਕਟ੍ਰੋਫਿਲਿਕ ਕਾਰਬਨ, ਜਿੰਨਾ ਜ਼ਿਆਦਾ ਇਲੈਕਟ੍ਰੋਫਿਲ ਹੋਏਗਾ ਕਾਰਬਨ, ਮੋਰ ਇਲੈਕਟ੍ਰੋਫਿਲਿਕ ਕਾਰਬਨ, ਕਾਰਬਨ ਦੀ ਇਲੈਕਟ੍ਰੋਫਿਲਿਟੀ ਜਿੰਨੀ ਜ਼ਿਆਦਾ ਹੋਏਗੀ ਓਨਾ ਹੀ ਜ਼ਿਆਦਾ ਰਿਐਕਸ਼ਨ ਕੀ ਹੋਊਗੀ, ਰਿਐਕਟਿਵ ਹੋਏਗੀ ਟੁਵਾਰਡਸ nucleophilic addition reaction। more the electrophilicity of the carbon, more will be its reactivity towards nucleophilic addition reaction। ਦੇਖੋ ਇੱਥੇ ਬੈਂਜ਼ੈਲਡੀਹਾਈਡ ਹੈ, ਬੈਂਜ਼ੀਨ ਦੇ ਨਾਲ ਕੀ ਲੱਗਿਆ ਹੋਇਆ ਤੁਹਾਡਾ C ਡਬਲ ਬੌਂਡ OH ਹੈ ਨਾ। ਤਾਂ ਦੇਖੋ ਇੱਥੇ ਕੀ ਹੈ ਤੁਹਾਡਾ ਰੈਜ਼ੋਨੈਂਸ ਪਾਰਟਿਸਿਪੇਟ ਕਰੇਗਾ। ਤਾਂ ਜਦੋਂ ਰੈਜ਼ੋਨੈਂਸ ਚ ਪਾਰਟਿਸਿਪੇਟ ਕਰੇਗਾ ਤੇ ਕਾਰਬਨ ਕੋਲ ਦੇਖੋ ਬੈਂਜ਼ੀਨ ਤੋਂ ਕੀ ਕਰ ਰਿਹਾ, ਇਲੈਕਟ੍ਰੋਨ ਗੇਨ ਕਰ ਰਿਹਾ ਹੈ। ਤਾਂ ਇਸ ਦੀ ਇਲੈਕਟ੍ਰੋਫਿਸਿਟੀ ਕੀ ਹੈ, ਘੱਟ ਹੈ, ਕਿਉਂਕਿ ਇਹਦੇ ਕੋਲ ਖੁਦ ਕੋਲ ਇਲੈਕਟ੍ਰੋਨ ਪ੍ਰੈਜ਼ੈਂਟ ਨੇ ਬਾਇਆ -R ਇਫੈਕਟ। ਫਿਨਾਈਲ ਤੋਂ ਇਲੈਕਟ੍ਰੋਨ ਨੂੰ ਆਪਣੀ ਤਰਫ ਖਿੱਚ ਰਿਹਾ ਹੈ।
ਐਸੀਟੈਲਡੀਹਾਈਡ, ਦੇਖੋ ਐਸੀਟੈਲਡੀਹਾਈਡ ਹੈ, ਐਸੀਟੈਲਡੀਹਾਈਡ ਦੇ ਵਿੱਚ ਕੀ ਹੈ ਤੁਹਾਡਾ ਨਾਲ ਕੀ ਗਰੁੱਪ ਹੈ, ਮਿਥਾइल ਗਰੁੱਪ ਹੈ। ਮਿਥाइल ਗਰੁੱਪ ਇਲੈਕਟ੍ਰੋਨ ਡੋਨੇਟਿੰਗ ਹੁੰਦਾ ਹੈ, ਤਾਂ ਇਹਦੇ ਕੋਲ ਕਾਰਬਨ ਕੋਲ ਕੀ ਕਰੇਗਾ, ਇਲੈਕਟ੍ਰੋਨ ਡੈਂਸਿਟੀ ਜ਼ਿਆਦਾ ਹੋਏਗੀ। ਸਿਮਿਲਰਲੀ ਪ੍ਰੋਪੇਨ ਐਲਡੀਹਾਈਡ, ਦੇਖੋ ਪ੍ਰੋਪੇਨ ਐਲਡੀਹਾਈਡ ਦੇ ਵਿੱਚ ਅਗੇਨ ਤੁਹਾਡਾ ਕੀ ਹੈ, ਇਥਾइल ਗਰੁੱਪ ਹੈ। ਇਥाइल ਗਰੁੱਪ ਆਪਣੇ ਇਲੈਕਟ੍ਰੋਨ ਨੂੰ ਡੋਨੇਟ ਕਰੇਗਾ, ਅਗਰ ਇਲੈਕਟ੍ਰੋਨ ਨੂੰ ਡੋਨੇਟ ਕਰੇਗਾ ਤੇ ਇੱਥੇ ਕਾਰਬਨ ਕੋਲ ਜੋ ਸੀ ਇਲੈਕਟ੍ਰੋਫਿਲਿਸਿਟੀ ਹੈ that will be less, ਕਿਉਂਕਿ ਉਸਨੂੰ ਇਲੈਕਟ੍ਰੋਨ ਦੇ ਰਿਹਾ ਹੈ ਤਾਂ ਉਹਦੇ ਕੋਲ ਇਲੈਕਟ੍ਰੋਨ ਰਿਚ ਹੋ ਗਿਆ, ਤਾਂ ਉਸਦਾ ਜੋ ਇਲੈਕਟ੍ਰੋਫਿਲਿਕ ਨੇਚਰ ਹੈ ਉਹ ਘਟ ਜਾਏਗਾ। ਤਾਂ ਇੱਥੇ ਆਂਸਰ ਕੀ ਆਊਗਾ ਤੁਹਾਡਾ ਸੀ ਆਪਸ਼ਨ ਫਾਰਮੈਲਡੀਹਾਈਡ। ਫਾਰਮੈਲਡੀਹਾਈਡ ਕਿਸੇ ਵੀ ਤਰ੍ਹਾਂ ਦਾ ਇਸ ਤਰ੍ਹਾਂ ਦਾ ਗਰੁੱਪ ਪ੍ਰੈਜ਼ੈਂਟ ਨਹੀਂ ਹੈ ਜੋ ਕਿ ਕਾਰਬਨ ਦੇ ਉੱਪਰ ਇਲੈਕਟ੍ਰੋਨ ਡੋਨੇਟ ਕਰ ਰਿਹਾ ਹੋਵੇ, ਉਸਦੀ ਇਲੈਕਟ੍ਰੋਫਿਲਿਸਿਟੀ ਨੂੰ ਘਟਾ ਰਿਹਾ ਹੋਵੇ, ਤਾਂ ਇੱਥੇ ਆਂਸਰ ਕੀ ਆਏਗਾ ਤੁਹਾਡਾ ਸੀ ਆਪਸ਼ਨ। ਕੁਐਸਚਨ ਨੰਬਰ 31 ਅਗੇਨ ਅ ਨੇਮਿੰਗ ਰਿਐਕਸ਼ਨ ਬੋਵਿਲਟ ਬਲੈਂਕ ਰਿਡਕਸ਼ਨ, ਜਿਹਦੇ ਵਿੱਚ ਆਪਾਂ ਐਸਟਰ ਤੋਂ ਕੀ ਕਰਦੇ ਹਾਂ, ਅਲਕੋਹਲ ਦੀ ਫਾਰਮੇਸ਼ਨ ਕਰਦੇ ਹਾਂ। ਦੇਖੋ ਕੀ ਹੈ, ਮੰਨ ਲਓ ਦਿਸ ਇਜ਼ ਯੋਰ ਐਸਟਰ, ਇੱਥੇ ਤੁਸੀਂ ਐਸਟਰ ਤੋਂ ਕੀ ਬਣਾਉਂਦੇ ਹੋ, ਐਲਕੋਹਲ ਬਣਾਉਂਦੇ ਹੋ। ਦੋ ਤਰ੍ਹਾਂ ਦੇ ਅਲਕੋਹਲ ਦੀ ਫਾਰਮੇਸ਼ਨ ਹੁੰਦੀ ਹੈ ਤੁਹਾਡੀ, ਤੇ ਇਹਦੇ ਵਿੱਚ ਤੁਸੀਂ ਯੂਜ਼ ਕੀ ਕਰਦੇ ਹੋ, ਤੁਹਾਡਾ ਆਪਣਾ ਮੈਂਡੀਅਸ ਰੀਜਨ। ਇੱਥੇ ਆਪਾਂ ਯੂਜ਼ ਕੀ ਕਰਦੇ ਹਾਂ, ਤੁਹਾਡਾ ਮੈਂਡੀਅਸ ਰੀਜਨ। ਮੈਂਡੀਅਸ ਰੀਜਨ ਕੀ ਹੁੰਦਾ ਹੈ ਤੁਹਾਡਾ, sodium in the presence of ethanol, sodium in the presence of ethanol, that is also known as your Mendius reagent। ਤਾਂ 31 ਦਾ ਆਂਸਰ ਕੀ ਆਏਗਾ ਤੁਹਾਡਾ A option। Question number 11 the reaction of acetophenone, देखो acetophenone ਕੀ ਹੈ ਤੁਹਾਡਾ, this is the structure of your acetophenone with the bromine in the presence of your sodium hydroxide। देखो रिएक्शन की है ਤੁਹਾਡੀ ਆਈਡੋਫੋਮ ਟੈਸਟ ਹੈ, ਤਾਂ ਆਈਡੋਫੋਮ ਦੀ ਕੰਡੀਸ਼ਨ ਕੀ ਹੁੰਦੀ ਹੈ ਕਿ ਤੁਹਾਡਾ ਮਿਥਾइल ਕੀਟੋਨ ਪ੍ਰੈਜ਼ੈਂਟ ਹੋਣਾ ਚਾਹੀਦਾ ਹੈ, ਉਹ ਪ੍ਰੈਜ਼ੈਂਟ ਹੈ। ਤਾਂ ਇਹਦੇ ਵਿੱਚ ਜੋ ਤੁਹਾਡਾ ਫਾਈਨਲ ਪ੍ਰੋਡਕਟ ਬਣਦਾ ਹੈ ਉਹ ਕੀ ਬਣਦਾ ਹੈ ਤੁਹਾਡਾ, ਕਾਰਬੋਕਸਿਲਿਕ ਐਸਿਡ ਦਾ ਸਾਲਟ ਬਣਦਾ ਹੈ। ਐਂਡ ਜੋ ਦੇਖੋ ਤੁਹਾਡਾ ਮਿਥाइल ਗਰੁੱਪ ਹੈ that will be converted, that methyl carbon, ਦੇਖੋ ਜੋ ਆ ਕਾਰਬਨ ਹੈ ਉਹ ਕਾਦੇ ਵਿੱਚ ਕਨਵਰਟ ਹੁੰਦਾ ਹੈ ਤੁਹਾਡਾ, ਆਈਡੋਫੋਮ ਦੇ ਵਿੱਚ ਕਨਵਰਟ ਹੁੰਦਾ ਹੈ। ਕਾਦੇ ਵਿੱਚ ਕਨਵਰਟ ਹੁੰਦਾ ਹੈ ਤੁਹਾਡਾ, ਆਈਡੋਫੋਮ ਚ ਕਨਵਰਟ ਹੁੰਦਾ ਹੈ। ਇੱਥੇ ਦੇਖੋ ਆਈਡਨ ਦੀ ਜਗ੍ਹਾ ਬ੍ਰੋਮੀਨ ਦਿੱਤਾ ਹੈ, ਤਾਂ ਇੱਥੇ ਮੈਂ ਕੀ ਲਿਖਤਾ CHBr3। ਇੱਥੇ ਪ੍ਰੋਡਕਟ ਕੀ ਬਣੇਗਾ ਤੁਹਾਡਾ ਸੀ ਆਪਸ਼ਨ। ਪ੍ਰੋਡਕਟ ਕੀ ਬਣੇਗਾ ਤੁਹਾਡਾ ਸੀ ਆਪਸ਼ਨ, that is your ਆਈਡੋਫੋਮ ਟੈਸਟ ਜਾਂ ਹੈਲੋਫੋਮ ਟੈਸਟ ਇਸ ਨੂੰ ਆਪਾਂ ਬੋਲ ਦਿੰਦੇ ਹਾਂ। ਤਾਂ ਹੈਲੋਫੋਮ ਟੈਸਟ ਦੀ ਜੋ ਕੰਡੀਸ਼ਨ ਹੈ ਕੀ ਹੁੰਦੇ ਹੈ ਕਿ ਤੁਹਾਡੇ ਕੋਲੇ ਕੀ ਪ੍ਰੈਜ਼ੈਂਟ ਹੋਣਾ ਚਾਹੀਦਾ ਹੈ, ਮਿਥाइल ਕੀਟੋਨ। ਤਾਂ ਮਿਥाइल ਕੀਟੋਨ ਦੇ ਵਿੱਚ ਪ੍ਰੈਜ਼ੈਂਟ ਹੈ, ਤਾਂ ਜੋ ਤੁਹਾਡਾ ਮਿਥाइल ਗਰੁੱਪ ਹੈ that will be converted into your haloform, ਉਹ haloform ਦੇ ਵਿੱਚ ਕਨਵਰਟ ਹੋ ਜਾਂਦਾ ਹੈ। and the ਬਾਕੀ ਦਾ ਜੋ ਪਾਰਟ ਹੈ that will be converted into your carboxylic salt। Question number 12 the order of reactivity of the following alkenes towards electrophilic attack। देखो ਆਪਾਂ ਬਹੁਤ ਵਾਰ ਕਰ ਚੁੱਕੇ ਹਾਂ ਕਿ ਐਲਕੀਨ ਸਭ ਤੋਂ ਜ਼ਿਆਦਾ ਕਿਹੜੀ ਰਿਐਕਟਿਵ ਹੋਏਗੀ ਇਲੈਕਟ੍ਰੋਫਿਲ ਤੇ, ਜਿਹਦੇ ਕੋਲ ਇਲੈਕਟ੍ਰੋਨ ਡੈਂਸਿਟੀ ਸਭ ਤੋਂ ਜ਼ਿਆਦਾ ਹੋਏਗੀ। ਤਾਂ ਤੁਸੀਂ ਦੇਖੋ ਸੀ ਆਪਸ਼ਨ ਦੇ ਵਿੱਚ ਤੁਹਾਡੇ ਕੋਲ ਦੋ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਨੇ, ਜਿੰਨੇ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਜ਼ਿਆਦਾ ਹੋਣਗੇ that means ਡਬਲ ਬੌਂਡ ਤੇ ਇਲੈਕਟ੍ਰੋਨ ਡੈਂਸਿਟੀ ਕੀ ਹੋਏਗੀ ਤੁਹਾਡੀ, ਹਾਈ ਹੋਏਗੀ। ਡਬਲ ਬੌਂਡ ਤੇ ਇਲੈਕਟ੍ਰੋਨ ਡੈਂਸਿਟੀ ਕੀ ਹੋਏਗੀ ਤੁਹਾਡੀ, ਹਾਈ ਹੋਏਗੀ। ਤਾਂ ਫੋਰਥ ਆਪਸ਼ਨ ਸਭ ਤੋਂ ਪਹਿਲ ਨੰਬਰ ਤੇ ਆਏਗਾ, ਤਾਂ ਆਂਸਰ ਕੀ ਹੈ ਤੁਹਾਡਾ ਬੀ ਆਪਸ਼ਨ। ਬਾਕੀ ਆਪਸ਼ਨ ਦੇਖੋ ਚੈੱਕ ਕਰਨ ਦੀ ਵੀ ਜ਼ਰੂਰਤ ਨਹੀਂ ਹੈ। ਦੇਖੋ ਇੱਥੇ ਕਾਰਬੋਕਸਿਲਿਕ ਐਸਿਡ ਹੈ, ਕਾਰਬੋਕਸਿਲਿਕ ਐਸਿਡ ਕੀ ਹੁੰਦਾ ਹੈ, ਇਲੈਕਟ੍ਰੋਨ ਵਿਦਡਰਾਇੰਗ ਹੈ, ਇਹ ਇਲੈਕਟ੍ਰੋਨ ਨੂੰ ਆਪਣੀ ਤਰਫ ਖਿੱਚ ਰਿਹਾ ਹੈ। ਅਗਰ ਇਲੈਕਟ੍ਰੋਨ ਨੂੰ ਆਪਣੀ ਤਰਫ ਖਿੱਚੇਗਾ ਤਾਂ ਇਲੈਕਟ੍ਰੋਨ ਡੈਂਸਿਟੀ ਨੂੰ ਕੀ ਕਰ ਦੇਗਾ, ਇਹ ਡਿਕਰੀਜ਼ ਕਰ ਦੇਗਾ। ਇਲੈਕਟ੍ਰੋਨ ਡੈਂਸਿਟੀ ਨੂੰ ਕੀ ਕਰ ਦੇਗਾ, ਡਿਕਰੀਜ਼ ਕਰ ਦੇਗਾ। ਅਗਰ ਇਲੈਕਟ੍ਰੋਨ ਡੈਂਸਿਟੀ ਘਟ ਜਾਏਗੀ ਤਾਂ ਇਲੈਕਟ੍ਰੋਫਿਲਿਕ ਜੋ ਅਟੈਕ ਹੈ ਸਭ ਤੋਂ ਘੱਟ ਹੋ ਜਾਏਗਾ। ਤਾਂ ਸੈਕਿੰਡ ਆਪਸ਼ਨ ਬਿਲਕੁਲ ਲਾਸਟ ਤੇ ਆਏਗਾ। ਤਾਂ 12th ਦਾ ਆਂਸਰ ਕੀ ਆਏਗਾ ਤੁਹਾਡਾ ਬੀ ਆਪਸ਼ਨ। ਕੁਐਸਚਨ ਨੰਬਰ 13 ਦੇ ਵਿੱਚ ਦੇਖੋ ਕੀ ਹੈ ਤੁਹਾਡਾ ਬੁਟਾਈਲ ਲੀਥੀਅਮ ਹੈ। ਬੁਟਾਈਲ ਲੀਥੀਅਮ ਕੀ ਹੁੰਦਾ ਹੈ ਤੁਹਾਡਾ, ਇੱਕ ਬੇਸ ਹੈ। ਤਾਂ ਬੁਟਾਈਲ ਲੀਥੀਅਮ ਕੀ ਹੈ ਤੁਹਾਡਾ, ਬੇਸ ਹੈ ਹਨਾ। ਤਾਂ ਬੇਸ ਦਾ ਦੇਖੋ ਕੰਮ ਕੀ ਹੁੰਦਾ ਹੈ, ਐਸਿਡਿਕ ਐਚ ਨੂੰ ਅਬਸਟ੍ਰੈਕਟ ਕਰਨਾ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਦੋ ਐਸਿਡਿਕ ਐਚ ਨੇ, ਤਾਂ ਸਭ ਤੋਂ ਪਹਿਲੇ ਸਟੈਪ ਦੇ ਵਿੱਚ ਇੱਕ ਐਸਿਡਿਕ ਐਚ ਇੱਥੋਂ ਚਲਾ ਜਾਏਗਾ। ਤਾਂ ਜੋ ਤੁਹਾਡਾ ਪਹਿਲਾ ਪ੍ਰੋਡਕਟ ਬਣੇਗਾ ਉਹ ਕੀ ਬਣੇਗਾ ਤੁਹਾਡੇ ਕੋਲ, ਇੱਥੇ ਦੇਖੋ ਕਾਰਬਨ ਤੇ ਕੀ ਆਏਗਾ, ਨੈਗੇਟਿਵ ਚਾਰਜ, C ਡਬਲ ਬੌਂਡ O CH3। ਜਿੱਦਾਂ ਹੀ ਇੱਥੇ ਨੈਗੇਟਿਵ ਚਾਰਜ ਆਇਆ ਤਾਂ ਦੇਖੋ ਸੈਕਿੰਡ ਸਟੈਪ ਦੇ ਵਿੱਚ ਕੀ ਹੈ, ਨੈਗੇਟਿਵ ਚਾਰਜ ਨੇ ਮਿਥਾइल ਤੇ ਅਟੈਕ ਕੀਤਾ ਤੇ ਆਇਓਡਾਈਡ ਜੋ ਗਰੁੱਪ ਹੈ ਐਜ਼ ਅ ਲਿਵਿੰਗ ਗਰੁੱਪ ਤੁਹਾਡੇ ਸਿਸਟਮ ਦੇ ਵਿੱਚੋਂ ਕੀ ਹੋ ਜਾਏਗਾ ਤੁਹਾਡਾ, ਬਾਹਰ ਹੋ ਜਾਏਗਾ। ਤਾਂ ਪਹਿਲੇ ਸਟੈਪ ਦੇ ਵਿੱਚ ਦੇਖੋ ਤੁਹਾਡਾ ਪ੍ਰੋਡਕਟ ਕੀ ਬਣੇਗਾ, ਦਿਸ ਵਨ, that is the ਫਸਟ ਸਟੈਪ ਪ੍ਰੋਡਕਟ ਹੈ ਨਾ। ਇਸ ਤੋਂ ਬਾਅਦ ਦੇਖੋ ਫਿਰ ਤੋਂ ਦੇਖੋ ਕਿ ਆਪਣੇ ਕੋਲ ਦੋ ਇਕੁਇਵਲੈਂਟ ਨੇ, ਹਜੇ ਫਿਰ ਤੋਂ ਬੁਟਾਈਲ ਲੀਥੀਅਮ ਪਿਆ ਹੈ। ਹੁਣ ਦੇਖੋ ਕੀ ਹੋਏਗਾ ਤੁਹਾਡੇ ਤੋਂ, ਇਸ ਵਾਲੇ ਹਾਈਡਰੋਜਨ ਤੋਂ, ਇਸ ਵਾਲੇ ਕਾਰਬਨ ਤੋਂ ਉਹ ਕੀ ਕਰੇਗਾ, ਹਾਈਡਰੋਜਨ ਨੂੰ ਅਬਸਟ੍ਰੈਕਟ ਕਰੇਗਾ। ਕਿਉਂ, ਬਿਕੋਜ਼ ਜਦੋਂ ਹੀ ਇੱਥੇ ਨੈਗੇਟਿਵ ਚਾਰਜ ਆਇਆ ਤਾਂ ਨੈਗੇਟਿਵ ਚਾਰਜ ਆਉਣ ਦੇ ਨਾਲ ਸਟਰਕਚਰ ਸਟੇਬਲ ਹੈ। ਤਾਂ ਅਗਰ ਤੁਹਾਡਾ ਕੰਜੂਗੇਟ ਬੇਸ ਸਟੇਬਲ ਹੈ that means ਉਹ ਵਾਲੀ H ਕੀ ਸੀ ਤੁਹਾਡੀ,
ਐਸਿਡਿਕ ਸੀ। ਤਾਂ ਦੇਖੋ ਨੈਕਸਟ ਸਟੈਪ ਦੇ ਵਿੱਚ ਜੋ ਤੁਹਾਡਾ H ਇੱਥੇ ਬਣੇਗਾ ਨੈਗੇਟਿਵ ਚਾਰਜ ਬਣੇਗਾ ਉਹ ਕਿੱਥੇ ਬਣੇਗਾ ਤੁਹਾਡਾ CH2 ਨੈਗੇਟਿਵ ਬਣੇਗਾ। ਤਾਂ ਜੋ ਤੁਹਾਡਾ CH2 ਨੈਗੇਟਿਵ ਹੈ ਉਹ ਅਗੇਨ ਕੀ ਕਰੇਗਾ ਤੁਹਾਡਾ ਅਟੈਕ ਕਰੇਗਾ CH3I ਦੇ ਨਾਲ। ਤਾਂ CH2 ਅਟੈਕ ਔਨ CH3 ਤੇ I ਗਰੁੱਪ ਬਾਹਰ ਹੋ ਜਾਏਗਾ। ਤਾਂ CH2 ਦੇ ਨਾਲ ਕੀ ਲੱਗ ਜਾਏਗਾ ਤੁਹਾਡਾ CH3 ਗਰੁੱਪ ਆ ਕੇ ਅਟੈਚ ਹੋ ਜਾਏਗਾ। ਤਾਂ ਫਿਰ ਆਨਸਰ ਕੀ ਆਏਗਾ 13 ਦਾ ਯੂਅਰ B ਆਪਸ਼ਨ। ਤਾਂ 13 ਦਾ ਆਨਸਰ ਕੀ ਆਏਗਾ ਤੁਹਾਡਾ B ਆਪਸ਼ਨ। क्वेश्चन नंबर 14 देखो क्वेश्चन नंबर जो 14 है दैट इज योर हाइड्रोबोरेशन ऑक्सीडेशन रिएक्शन बहुत बारी आ चुकी है, आप बहुत बारी डिस्कस कर चुके हैं। दैट इज योर हाइड्रोबोरेशन ऑक्सीडेशन रिएक्शन। ਤਾਂ ਦੇਖੋ ਇਹਦੇ ਵਿੱਚ ਕੀ ਲਗਾਉਣਾ ਹੁੰਦਾ ਹੈ ਆਪਾਂ ਐਂਟੀ ਮਾਰਕੋਨਿਕੋਫ ਰੂਲ ਲਗਾਉਣਾ ਹੈ। ਠੀਕ ਹੈ ਤਾਂ ਆਪਾਂ ਕੀ ਐਡੀਸ਼ਨ ਕਰਨਾ ਹੁੰਦਾ ਹੈ H ਤੇ OH ਦਾ ਐਡੀਸ਼ਨ ਕਰਨਾ ਹੈ ਅਕੋਰਡਿੰਗ ਟੂ ਐਂਟੀ ਮਾਰਕੋਨਿਕੋਫ ਰੂਲ ਕਿ ਜੋ ਤੁਹਾਡਾ ਪੋਜ਼ਿਟਿਵ ਪਾਰਟ ਹੈ ਉਹ ਉਸ ਡਬਲ ਬੌਂਡਡ ਕਾਰਬਨ ਤੇ ਜਾਂਦਾ ਹੈ ਟ੍ਰਿਪਲ ਬੌਂਡਡ ਕਾਰਬਨ ਤੇ ਜਾਂਦਾ ਹੈ ਜਿੱਥੇ ਲੈਸ ਨੰਬਰ ਆਫ ਹਾਈਡਰੋਜਨ ਐਟਮ ਪ੍ਰੈਜ਼ੈਂਟ ਹੁੰਦੇ ਨੇ। ਪਰ ਇੱਥੇ ਦੇਖੋ ਦੋਨਾਂ ਚ ਸੇਮ ਹੀ ਨੇ ਤਾਂ ਜਿੱਥੇ ਮਰਜ਼ੀ ਤੁਸੀਂ ਐਡੀਸ਼ਨ ਕਰਵਾ ਸਕਦੇ ਹੋ। ਤਾਂ ਇੱਥੇ ਪਹਿਲੇ ਸਟੈਪ ਦੇਖੋ ਮੰਨ ਲਓ ਇੱਥੇ ਤੁਸੀਂ H ਐਡ ਕਰਵਾ ਦਿੱਤਾ ਤਾਂ ਇੱਥੇ ਕੀ ਐਡ ਹੋਏਗਾ ਦੂਸਰੇ ਕਾਰਬਨ ਤੇ ਤੁਹਾਡਾ OH ਐਡ ਹੋਏਗਾ ਕੀ ਬਣ ਜਾਏਗਾ ਤੁਹਾਡਾ CH3। ਦੇਖੋ ਇਹ ਜੋ ਤੁਹਾਡੀ ਫਾਰਮ ਹੈ that is your enol form that can undergo tautomerization ਦੇ ਅੰਡਰ ਜਾ ਸਕਦੀ ਹੈ। ਆਹ ਡਬਲ ਬੌਂਡ ਇੱਥੇ ਸ਼ਿਫਟ ਕੀਤਾ ਰੈਜ਼ੋਨੈਂਸ ਦੇ ਥਰੂ, ਆਹ ਡਬਲ ਬੌਂਡ ਇੱਥੇ ਸ਼ਿਫਟ ਕੀਤਾ ਤੇ ਇਸ ਕਾਰਬਨ ਦੇ ਉੱਪਰ ਚਾਰਜ ਕੀ ਆ ਗਿਆ ਤੁਹਾਡਾ ਨੈਗੇਟਿਵ। ਜਦੋਂ ਹੀ ਇਸ ਕਾਰਬਨ ਦੇ ਉੱਪਰ ਨੈਗੇਟਿਵ ਚਾਰਜ ਆਏਗਾ that will abstract this proton to finally product your CH2C। ਦੇਖੋ ਇੱਥੇ ਕੀ ਬਣ ਜਾਏਗਾ ਕਾਰਬਨ ਡਬਲ ਬੌਂਡ ਆਕਸੀਜਨ ਆ ਜਾਏਗਾ CH3। ਤਾਂ ਇੱਥੇ ਜੋ ਤੁਹਾਡਾ ਫਾਈਨਲ ਪ੍ਰੋਡਕਟ ਹੈ ਉਹ ਕੀ ਬਣ ਜਾਏਗਾ ਤੁਹਾਡਾ B ਆਪਸ਼ਨ। ਤਾਂ ਅੰਡਰ ਟੌਟੋਮਰਾਈਜੇਸ਼ਨ ਹੋ ਰਹੀ ਹੈ ਤਾਂ ਇਸ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਤਾਂ ਜੋ ਤੁਹਾਡਾ ਇਨੋਲ ਫਾਰਮ ਹੈ that will be converted into your keto form। Question number 15 which of the following statement is not correct। ਤਾਂ ਦੇਖੋ following statement ਦੇ ਵਿੱਚ ਦੇਖੋ SN1 ਤੇ SN2 ਦੀ ਗੱਲ ਕੀਤੀ ਗਈ ਹੈ। ਦੇਖੋ ਜਨਰਲੀ ਕੀ ਹੈ ਕਿ ਜੋ ਤੁਹਾਡਾ SN1 ਹੈ ਉਹ ਤੁਹਾਡਾ ਕੀ ਹੈ ਕਾਰਬੋਕੇਟਾਈਨ ਇੰਟਰਮੀਡੀਏਟ ਦੇ ਥਰੂ ਜਾਂਦਾ ਹੈ that goes via ਕਾਰਬੋਕੇਟਾਈਨ ਇੰਟਰਮੀਡੀਏਟ। ਬਟ ਜੋ ਤੁਹਾਡਾ SN2 ਹੈ ਠੀਕ ਹੈ that goes through a ट्रांजिशन स्टेट। ਤਾਂ ਉੱਥੇ ਕਿਸੇ ਵੀ ਤਰ੍ਹਾਂ ਦਾ ਇੰਟਰਮੀਡੀਏਟ ਫਾਰਮ ਨਹੀਂ ਹੁੰਦਾ। ਤਾਂ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਤਾਂ ਦੇਖੋ ਜੋ ਤੁਹਾਡਾ ਡੀ ਆਪਸ਼ਨ ਹੈ ਉਹ ਗਲਤ ਹੈ ਫਾਲਸ ਸਟੇਟਮੈਂਟ ਹੈ। ਇੱਥੇ ਕੀ ਲਿਖਿਆ SN1 ਟ੍ਰਾਂजिशन ਸਟੇਟ 'ਚ ਜਾਂਦਾ ਹੈ ਤੇ SN2 ਤੁਹਾਡਾ ਇੰਟਰਮੀਡੀਏਟ ਬਣਾਉਂਦਾ ਹੈ। ਤਾਂ ਬਿਲਕੁਲ ਆਪੋਜ਼ਿਟ ਸਟੇਟਮੈਂਟ ਹੈ। SN1 ਤੁਹਾਡਾ ਕਾਰਬੋਕੇਟਾਈਨ ਇੰਟਰਮੀਡੀਏਟ ਦੇ ਥਰੂ ਜਾਂਦਾ ਹੈ ਤੇ ਜੋ ਤੁਹਾਡਾ SN2 ਹੈ ਉਹ ਤੁਹਾਡਾ ਟ੍ਰਾਂजिशन ਸਟੇਟ ਦੇ ਥਰੂ ਜਾਂਦਾ ਹੈ। ਮੋਰ ਓਵਰ SN1 ਦੇ ਵਿੱਚ ਕੀ ਹੁੰਦਾ ਹੈ ਤੁਹਾਡਾ ਰੈਸਮਿਕ ਮਿਕਸਚਰ ਫਾਰਮ ਹੁੰਦਾ ਹੈ ਐਂਡ ਜੋ ਤੁਹਾਡਾ SN2 ਹੈ ਉਹਦੇ ਵਿੱਚ ਤੁਹਾਡਾ ਇਨਵਰਜਨ ਆਫ ਕਨਫਿਗਰੇਸ਼ਨ ਹੁੰਦਾ ਹੈ। ਕਨਫਿਗਰੇਸ਼ਨ ਕੀ ਹੁੰਦੀ ਹੈ ਤੁਹਾਡੀ ਇਨਵਰਟ ਹੁੰਦੀ ਹੈ। ਮਤਲਬ ਅਗਰ R ਪ੍ਰੋਡਕਟ ਸੀ R ਰਿਐਕਟੈਂਟ ਸੀ ਤਾਂ ਪ੍ਰੋਡਕਟ ਦੀ ਕਨਫਿਗਰੇਸ਼ਨ S ਬਣੇਗੀ ਐਂਡ ਅਗਰ ਤੁਹਾਡਾ ਰਿਐਕਟੈਂਟ ਦੀ ਕਨਫਿਗਰੇਸ਼ਨ S ਸੀ ਤਾਂ ਜੋ ਤੁਹਾਡਾ ਪ੍ਰੋਡਕਟ ਬਣੇਗਾ ਉਹਦੀ ਕਨਫਿਗਰੇਸ਼ਨ ਕੀ ਬਣੇਗੀ ਤੁਹਾਡੀ R ਬਣੇਗੀ। ਨੈਕਸਟ ਕੁਐਸਚਨ ਨੰਬਰ 16 ਦੇਖੋ ਡਬਲ ਬੌਂਡ ਤੇ ਰਿਐਕਸ਼ਨ ਹੈ ਬ੍ਰੋਮੀਨ ਦੀ ਕਿਵੇਂ ਕਰਨਾ ਹੈ। ਦੇਖੋ ਆ ਡਬਲ ਬੌਂਡ ਹੈ ਡਬਲ ਬੌਂਡ ਤੇ ਸਭ ਤੋਂ ਪਹਿਲਾਂ ਡਬਲ ਬੌਂਡ ਅਟੈਕ ਕਰੇਗਾ ਬ੍ਰੋਮੀਨ ਤੇ देयर विल बी अ फॉर्मेशन ऑफ योर साइक्लिक ब्रोमोनियम आयन। ठीक है ਤਾਂ ਸਭ ਤੋਂ ਪਹਿਲਾਂ ਸਾਈਕਲਿਕ ਬ੍ਰੋਮੋਨੀਅਮ ਆਇਨ ਦੀ ਫਾਰਮੇਸ਼ਨ ਹੋਏਗੀ। ਨੈਕਸਟ ਸਟੈਪ ਦੇ ਵਿੱਚ ਦੇਖੋ ਜੋ ਤੁਹਾਡਾ ਬ੍ਰੋਮਾਈਡ ਆਇਨ ਹੈ ਉਹ ਅਟੈਕ ਕਰੇਗਾ ਫਰੋਮ ਦਾ ਲੋਅਰ ਸਾਈਡ ਡਾਊਨ ਸਾਈਡ ਦਾ ਗਰੁੱਪ ਅਟੈਕ ਕਰੇਗਾ ਬਿਕੋਜ਼ ਕਿਉਂਕਿ ਉੱਪਰ ਦੀ ਸਾਈਡ ਆਲਰੇਡੀ ਤੁਹਾਡਾ ਇੱਕ ਸਾਈਕਲਿਕ ਰਿੰਗ ਪ੍ਰੈਜ਼ੈਂਟ ਹੈ। ਟੂ ਅਵੋਇਡ ਦਾ unnecessary steric hindrance ਜੋ ਤੁਹਾਡਾ ਬ੍ਰੋਮਾਈਡ ਹੈ ਉਹ ਡਾਊਨ ਸਾਈਡ ਦਾ ਗਰੁੱਪ ਅਟੈਕ ਕਰੇਗਾ ਸੋ ਦੈਟ ਮੀਨ ਜੋ ਇੱਥੇ ਬ੍ਰੋਮਾਈਡ ਹੈ ਉਹ ਨੀਚੇ ਲੱਗੇਗਾ ਐਂਡ ਇਸ ਪੋਜੀਸ਼ਨ ਤੇ ਬ੍ਰੋਮਾਈਡ ਕੀ ਆ ਜਾਏਗਾ ਤੁਹਾਡਾ ਉੱਪਰ ਵਾਲੀ ਪੋਜੀਸ਼ਨ ਤੇ ਆ ਜਾਏਗਾ। ਤਾਂ ਤੁਸੀਂ ਦੇਖ ਸਕਦੇ ਹੋ ਸਿਰਫ C ਆਨਸਰ ਕਰੈਕਟ ਹੈ ਜਿਹਦੇ ਵਿੱਚ ਬ੍ਰੋਮਾਈਡ ਦੀ ਸਟੀਰੀਓਕੈਮਿਸਟਰੀ ਆਪਣੇ ਕੋਲ ਗਿਵਨ ਹੈ। ਡੀ ਆਪਸ਼ਨ ਦੇ ਵਿੱਚ ਦੋਨੋਂ ਬ੍ਰੋਮੀਨ ਸੇਮ ਸਾਈਡ ਤੇ ਅਟੈਚ ਨੇ ਉਹ ਤੁਹਾਡਾ ਆਨਸਰ ਗਲਤ ਹੈ। क्वेश्चन नंबर 17 which one of the following is aromatic। देखो aromatic ਦੀਆਂ ਚਾਰ ਕੰਡੀਸ਼ਨਸ ਹੁੰਦੀਆਂ ਨੇ। ਪਹਿਲੀ ਕੰਡੀਸ਼ਨ ਸਟਰਕਚਰ should be cyclic ਹੋਣਾ ਚਾਹੀਦਾ ਹੈ ਸਟਰਕਚਰ should be planar ਹੋਣਾ ਚਾਹੀਦਾ ਹੈ। ਥਰਡ ਕੰਡੀਸ਼ਨ ਸਟਰਕਚਰ ਦੇ ਵਿੱਚ ਕੰਪਲੀਟ ਕੌਨਜੂਗੇਸ਼ਨ ਹੋਣੀ ਚਾਹੀਦੀ ਹੈ ਐਂਡ ਦਾ ਫੋਰਥ ਕੰਡੀਸ਼ਨ ਹੱਕਲ ਰੂਲ ਨੂੰ ਫੋਲੋ ਕਰਨਾ ਚਾਹੀਦਾ ਹੈ that means 4n ਪਾਈ ਇਲੈਕਟ੍ਰੋਨ ਨੂੰ n ਕਿੱਥੋਂ ਹੈ 0 ਤੋਂ ਲੈ ਕੇ 1 2 3 ਐਂਡ ਸੋ ਔਨ that means ਜੋ ਵੀ ਤੁਸੀਂ ਸਿਸਟਮ ਸਟੱਡੀ ਕਰ ਰਹੇ ਹੋ ਉਹਦੇ ਵਿੱਚ ਜਾਂ ਤਾਂ 2 ਪਾਈ ਇਲੈਕਟ੍ਰੋਨ ਜਾਂ 6 ਪਾਈ ਇਲੈਕਟ੍ਰੋਨ ਜਾਂ 10 ਪਾਈ ਇਲੈਕਟ੍ਰੋਨ ਹੋਣੇ ਚਾਹੀਦੇ ਨੇ ਐਂਡ ਸੋ ਔਨ। ਆਪਾਂ ਦੇਖੋ ਚੈੱਕ ਕਰਦੇ ਹਾਂ A ਆਪਸ਼ਨ ਦੇ ਵਿੱਚ ਦੇਖੋ ਸਾਈਕਲਿਕ ਹੈ ਪਲੇਨਰ ਵੀ ਹੈ
conjugation हो रही है, resonance हो रही है, ਤੇ total pi electron ਕਿੰਨੇ ਨੇ? 2 ਨੇ, and that is satisfying the Huckel rule। ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ? A option ਆਏਗਾ। ऑप्शन बी देखो ये साइक्लिक तो जरूर है बट प्लेनर नहीं है, क्यों? क्योंकि देखो इस कार्बन की हाइब्रिडाइजेशन की है sp3, ਤੇ जिस कार्बन की हाइब्रिडाइजेशन sp3 ਹੁੰਦੀ ਹੈ ਉਹ ਕੀ ਹੁੰਦਾ ਹੈ ਤੁਹਾਡਾ? नॉन प्लेनर। एंड नॉन प्लेनर ਕਿਹੜੀ ਕੈਟਾਗਰੀ ਚ ਆਉਂਦੇ ਨੇ ਤੁਹਾਡੇ? नॉन एरोमैटिक। ਕਿਹੜੀ ਕੰਡੀਸ਼ਨ ਚ ਆਉਂਦੇ ਨੇ ਤੁਹਾਡੇ? नॉन एरोमैटिक। सिमिलरली ਤੁਸੀਂ ਇਹ ਦੇਖ ਸਕਦੇ ਹੋ ਇਸ ਕਾਰਬਨ 4 sp3 हाइब्रिडाइज्ड है, दैट इज आल्सो योर नॉन एरोमैटिक। डी ऑप्शन चेक करो, डी ਦੇ ਵਿੱਚ ਕੀ ਹੈ ਤੁਹਾਡਾ? ਇਸ ਕਾਰਬਨ ਦੇ ਉੱਪਰ ਦੇਖੋ 네ਗੇਟਿਵ ਚਾਰਜ ਹੈ, ਰੈਜ਼ੋਨੈਂਸ ਹੈ, ਸਾਈਕਲਿਕ ਹੈ, ਕੌਨਜੂਗੇਸ਼ਨ ਵੀ ਹੈ, ਬਟ ਟੋਟਲ ਨੰਬਰ ਆਫ ਪਾਈ ਇਲੈਕਟ੍ਰੋਨ ਕਾਊਂਟ ਕਰੋ ਕਿੰਨੇ ਨੇ ਤੁਹਾਡੇ? 4 ਪਾਈ ਨੇ। ਐਂਡ ਜਦੋਂ 4 ਪਾਈ ਇਲੈਕਟ੍ਰੋਨ ਜਾਂ 4 ਦੇ ਮਲਟੀਪਲ ਆਉਂਦੇ ਨੇ 8 12 16, ਦੈਨ ਉਹ ਤੁਹਾਡਾ ਕੀ ਹੁੰਦੇ ਨੇ? ਐਂਟੀ ਐਰੋਮੈਟਿਕ ਸਿਸਟਮਸ ਹੁੰਦੇ ਨੇ। they are anti-aromatic system and they have asked about the aromatic। ਤਾਂ ਆਨਸਰ ਕੀ ਆਏਗਾ ਤੁਹਾਡਾ? A option। ਇੱਕ ਚੀਜ਼ ਧਿਆਨ ਰੱਖਣਾ, ਐਰੋਮੈਟਿਕ ਸਭ ਤੋਂ ਜ਼ਿਆਦਾ ਸਟੇਬਲ ਹੁੰਦੇ ਨੇ, ਦੈਨ ਆਉਂਦੇ ਨੇ ਘੱਟ ਸਟੇਬਲ ਤੁਹਾਡੇ ਨੋਨ ਐਰੋਮੈਟਿਕ, ਤੇ ਜੋ ਤੁਹਾਡੇ ਐਂਟੀ ਐਰੋਮੈਟਿਕ ਹੁੰਦੇ ਨੇ that are least stable, that are least stable।